पंजाबी, मैं हाँ सुमन जेटली, मेरे नाल मेरे सहयोगी गगन बेदी। अज गलबात करांगे एक बार फिर तो कोरोना की खतरनाक रफ्तार की। 35 मौतां पंजाब दे विच पिछले 24 घंटिया के दौरान हो चुकियां ने ते नवे मामले गगन 1700 तो वध मामले सिर्फ 24 घंटिया ਦੇ ਵਿੱਚ ਪੰਜਾਬ ਤੋਂ ਸਾਹਮਣੇ ਆ ਜਾਣਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਸੁਮਨ ਇਹ ਪਹਿਲੀ ਵਾਰ ਆ ਇੰਨੇ ਵੱਧ ਮਾਮਲੇ ਆਏ ਨੇ ਔਰ ਜਿਵੇਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਹਾ ਗਿਆ ਸੀ ਕਿਉਂਕਿ ਬੜੇ ਮਾਹਰ ਡਾਕਟਰਾਂ ਦਾ ਪੈਨਲ ਇਹਨਾਂ ਨੂੰ ਸੁਜੈਸਟ ਕਰਦਾ ਵਾ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਕਿ ਕਿੰਨੀ ਉਹਨਾਂ ਨੇ ਕਿਹਾ ਸੀ ਕਿ 87% ਆਬਾਦੀ ਜਿਹੜੀ ਅਫੈਕਟ ਹੋਊਗੀ। ਔਰ ਤੁਸੀਂ ਦੇਖੋ ਕਿ ਉਸ ਵੱਲ ਵੀ ਹੁਣ ਉਹ ਵੱਧਦਾ ਜਾ ਰਿਹਾ ਵਾ ਜਿਹੜਾ ਗ੍ਰਾਫ ਆ ਕਰੋਨਾ ਦਾ। ਔਰ ਅਜੇ ਸਤੰਬਰ ਦੇ ਵਿੱਚ ਇਹ ਕਹਿੰਦੇ ਨੇ ਕਿ ਪੀਕ ਤੇ ਜਾਣਾ ਵਾ। ਜਿਹੜੇ ਮਾਹਰ ਨੇ ਜਿਹਨਾਂ ਦੀ ਚਾਹੇ ਉਹ WHO ਹੋਵੇ ਨਾਰਥ ਦੇ ਵਿੱਚ ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਕਾਤਲਾਨਾ ਰਫਤਾਰ ਆ। ਤੁਸੀਂ ਦੇਖੋ ਮੌਤਾਂ। ਔਰ ਵੱਡੀ ਗੱਲ ਆ ਸੁਮਨ ਜਿਹੜੀ ਸਭ ਤੋਂ ਜ਼ਿਆਦਾ ਚਿੰਤਿਤ ਹੈ ਲੁਧਿਆਣਾ ਬਹੁਤ ਜ਼ਿਆਦਾ ਹਾਈਲੀ ਅਫੈਕਟਡ ਆ। ਲੁਧਿਆਣਾ 483 ਕੇਸ ਨੇ ਸੁਮਨ। ਅੱਜ ਤੁਸੀਂ ਦੇਖ ਕੇ ਦੇਖੋ ਕਿ ਪੰਜਾਬ ਦੇ ਵਿੱਚ 15 ਦਿਨ ਪਹਿਲਾਂ ਇੰਨੇ ਕੁੱਲ ਕੇਸ ਆਉਂਦੇ ਹੁੰਦੇ ਸੀ ਔਰ ਅੱਜ ਤੁਸੀਂ ਦੇਖੋ ਲੁਧਿਆਣਾ 483 ਕੇਸ ਨੇ। ਜਿਹੜੀ ਟੈਸਟਿੰਗ ਦੀ ਜਿਹੜੀ ਹੈਗੀ ਆ ਕੈਪੈਸਿਟੀ ਉਹ ਵਧਣੀ ਆ। ਜੇ ਤੁਸੀਂ ਦੇਖੋ ਕਿ ਅਜੇ ਹੋਰ ਵੱਧ ਕੇਸ ਆਣਗੇ ਔਰ ਜਿਵੇਂ ਜਿਵੇਂ ਮਾਮਲੇ ਵੱਧਦੇ ਜਾ ਰਹੇ ਨੇ ਲੋਕ ਉਨੇ ਨਾਨ ਸੀਰੀਅਸ ਹੋਏ ਜਾ ਰਹੇ ਨੇ। ਤਾਂ ਆਪਾਂ ਚਾਹੇ ਕਮੈਂਟ ਵੀ ਪੜ੍ਹਦੇ ਆ ਔਰ ਲੋਕਾਂ ਨੇ ਲਿਖਿਆ ਹੁੰਦਾ ਕਿ ਕਰੋਨਾ ਕੁਛ ਨਹੀਂ ਹੈਗਾ, ਇਹ ਚੀਜ਼ਾਂ ਨਹੀਂ ਹੈਗਾ। ਮੈਨੂੰ ਲੱਗਦਾ ਕਿ ਇਹ ਬਹੁਤ ਸੰਜੀਦਗੀ ਦਾ ਸਮਾਂ ਹੈਗਾ। ਹਰ ਕਿਸੇ ਨੂੰ ਸੋਚਣਾ ਚਾਹੀਦਾ। 11170 ਦੇ ਕਰੀਬ ਸੁਮਨ ਜਿਹੜੇ ਕੇਸ ਨੇ ਉਹ ਐਕਟਿਵ ਨੇ। 11000 ਤੋਂ ਵੱਧ ਕੇਸ ਹੁਣ ਇਸ ਵੇਲੇ ਐਕਟਿਵ ਚੱਲ ਰਹੇ ਨੇ। ਐਕਟਿਵ ਮਤਲਬ ਕਿ ਬਿਲਕੁਲ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਕੈਰੀਅਰ ਹੈਗੇ ਨੇ ਉਹ ਲੋਕਾਂ ਨੂੰ ਪੂਰੀ ਤਰ੍ਹਾਂ ਅਫੈਕਟ ਕਰ ਸਕਦੇ ਨੇ। 8 ਮੌਤਾਂ ਸਿਰਫ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਹੋਈਆਂ ਨੇ ਪਿਛਲੇ 24 ਘੰਟਿਆਂ ਦੌਰਾਨ। ਹਾਲਾਂਕਿ ਪੰਜਾਬ ਦੇ ਵਿੱਚ 35 ਮੌਤਾਂ ਦੱਸੀਆਂ ਜਾ ਰਹੀਆਂ ਨੇ 24 ਘੰਟੇ ਦੇ ਦੌਰਾਨ। 4 ਮੌਤਾਂ ਅੰਮ੍ਰਿਤਸਰ ਦੇ ਵਿੱਚ, ਇੱਕ ਫਰੀਦਕੋਟ, ਇੱਕ ਫਤਿਹਗੜ੍ਹ ਸਾਹਿਬ, ਜਲੰਧਰ ਦੇ ਵਿੱਚ 1 ਮੌਤ, 8 ਮੌਤਾਂ ਲੁਧਿਆਣਾ ਦੇ ਵਿੱਚ, SAS ਨਗਰ ਦੇ ਵਿੱਚ 3, 1 ਮੁਕਤਸਰ, 3 SBS ਨਗਰ, 4 ਪਟਿਆਲਾ, 2 ਰੋਪੜ, ਸੰਗਰੂਰ ਤੋਂ 4, ਤਰਨਤਾਰਨ ਤੋਂ 2 ਤੇ 1 ਮੌਤ ਕਪੂਰਥਲਾ ਤੋਂ ਸਾਹਮਣੇ ਆਈ ਹੈ। ਪਰ ਵੱਡੀ ਗੱਲ ਹੈ ਕਿ ਅੱਜ ਦੀ ਗਿਣਤੀ ਸੀਰੀਅਸਲੀ ਹਿਲਾ ਦੇਣ ਵਾਲੀ ਹੈ। 1704 ਨਵੇਂ ਮਾਮਲੇ, ਤਾਜ਼ਾ ਮਾਮਲੇ ਜੋ ਕਿ ਐਡ ਕਰ ਲੈਂਦੇ ਆ ਜਦੋਂ ਆਪਾਂ ਇਹਨਾਂ ਨੂੰ ਕੁੱਲ ਗਿਣਤੀ ਜਿਹੜੀ ਹੁੰਦੀ ਹੈ ਉਹ ਹੁਣ 34,400 ਦੀ ਕੁੱਲ ਗਿਣਤੀ ਪੰਜਾਬ ਦੀ ਦੱਸੀ ਜਾ ਰਹੀ ਹੈ। ਹੁਣ ਤੱਕ 34,400 ਲੋਕ ਇਸ ਮਹਾਮਾਰੀ ਦਾ शिकार हो चुके ने ते 11,740 एक्टिव केसेस ने, पॉजिटिव ने। 21,762 रिकवरीज भी होईयां ने पंजाब दे विच। पर आंकड़े तेजी दे नाल वध रहे ने। 898 मौतां पंजाब दे विच हुण तक हो चुकियां ने। एक होर सूबे दी गल जेकर लगन असीं करिए जिथे ਅੱਧੀ ਆਬਾਦੀ ਅਫੈਕਟ ਹੋਈ ਹੈ ਇਸ ਮਹਾਮਾਰੀ ਦੇ ਕਾਰਨ, ਉਹ ਵੀ ਮੈਂ ਚਾਹੂੰਗੀ ਤੁਸੀਂ ਚਾਨਣ ਪਾਓ ਇਸ ਤੇ। ਬਿਲਕੁਲ ਸੁਮਨ, ਪੁਣੇ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਸਾਹਮਣੇ ਆਈਆਂ ਨੇ। ਉੱਥੇ ਜਿਹੜੀ ਹੈਗੀ ਆ ਉਹਨਾਂ ਨੇ ਇੱਕ ਸਰਵੇ ਕੀਤਾ ਹੈਗਾ। ਉਹ ਦੇਖਦੇ ਨੇ ਕਿ ਐਂਟੀਬਾਡੀ ਸਰੀਰ ਦੇ ਵਿੱਚ ਬਣੀਆਂ ਨੇ। ਐਂਟੀਬਾਡੀ ਦਾ ਮਤਲਬ ਇਹ ਹੈ ਕਿ ਜੇ ਤੁਹਾਨੂੰ ਕਿਸੇ ਕੋਵਿਡ ਨੇ ਅਫੈਕਟ ਕੀਤਾ, ਤੁਹਾਡੇ ਸਰੀਰ ਦੀ ਜਿਹੜੇ ਅੰਦਰੂਨੀ ਇਮਿਊਨਿਟੀ ਆ ਉਹਨੇ ਲੜਾਈ ਕੀਤੀ, ਉਹਦੇ ਨਾਲ ਤਾਂ ਐਂਟੀਬਾਡੀ ਡਿਵੈਲਪ ਹੁੰਦੀ ਹੈ। ਸੋ ਉੱਥੇ ਜਦੋਂ ਇਹ ਦੇਖਿਆ ਵਾ ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਜਿਹੜੇ ਏਰੀਆ ਦੇ ਵਿੱਚ ਕੋਵਿਡ ਹੋਇਆ ਸੀਗਾ ਲੋਕਾਂ ਨੂੰ, ਉਹ ਏਰੀਆ ਦੇ ਵਿੱਚ ਜਦੋਂ ਉਹਨਾਂ ਨੇ ਇੱਕ ਸਰਵੇ ਕੀਤਾ ਤਾਂ ਅੱਧੀ ਜਿਹੜੀ ਆਬਾਦੀ ਸੀ ਉਹ ਪੂਰੀ ਤਰ੍ਹਾਂ ਅਫੈਕਟ ਸੀ। ਉਹਨਾਂ ਦੇ ਵਿੱਚ ਐਂਟੀਬਾਡੀ ਪਾਈ ਗਈ ਜਿਹੜਾ ਇੱਕ ਰੈਪਿਡ ਟੈਸਟ ਕਰਕੇ ਦੇਖਿਆ ਜਾਂਦਾ ਜੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਤੋਂ ਵੱਡਾ ਅਪਡੇਟ ਸਾਹਮਣੇ ਆਇਆ ਕਿ ਵਿਧਾਨ ਸਭਾ ਦੇ ਵਿੱਚ ਜਿੰਨੇ ਵੀ ਮੰਤਰੀ ਭਾਗ ਲੈਣਗੇ ਉਹਨਾਂ ਕੋਲ कोरोना वायरस नेगेटिव ਦਾ ਪ੍ਰਮਾਣ ਪੱਤਰ ਹੋਏਗਾ ਤਾਂ ਹੀ ਉਹਨਾਂ ਨੂੰ ਅੰਦਰ ਐਂਟਰੀ ਮਿਲੇਗੀ। ਤੁਹਾਨੂੰ ਨਹੀਂ ਲੱਗਦਾ ਲੇਕਿਨ ਪੰਜਾਬ ਦੇ ਵਿੱਚ ਵੀ ਅਜਿਹਾ ਹੀ ਫੈਸਲਾ ਲੈਣਾ ਚਾਹੀਦਾ ਸੀ? ਪੰਜਾਬ ਦੇ ਵਿੱਚ ਸੁਮਨ ਇੱਕ ਦਿਨ ਦਾ ਜਿਹੜਾ ਸਤਰ ਬੁਲਾਇਆ ਗਿਆ 28 ਤਰੀਕ, ਉਹਦੇ ਉੱਤੇ ਲੜਾਈ ਹੋ ਰਹੀ ਹੈ ਕਿ ਇੱਕ ਦਿਨ ਦਾ ਕਿਉਂ ਬੁਲਾਇਆ ਗਿਆ। ਮੈਨੂੰ ਲੱਗਦਾ ਕਿ ਸੀਰੀਅਸ ਹੋਣਾ ਚਾਹੀਦਾ। ਸਾਰੀਆਂ ਪਾਰਟੀਆਂ ਨੇ ਇੱਕ ਮੰਚ ਤੇ ਹੋਣਾ ਚਾਹੀਦਾ ਕਿਉਂਕਿ ਸਿਚੁਏਸ਼ਨ ਇੰਨੀ ਜ਼ਿਆਦਾ ਅਲਾਰਮਿੰਗ ਹੈ। ਇਸ ਤੋਂ ਵੱਧ ਕੀ ਐਕਸਪੈਕਟ ਕੀਤਾ ਜਾ ਸਕਦਾ ਕਿ ਪੰਜਾਬ ਬਿਲਕੁਲ ਪੂਰੀ ਤਰ੍ਹਾਂ ਸੇਫ ਸੀਗਾ। ਹੁਣ ਤੋਂ 1 ਮਹੀਨਾ ਪਹਿਲਾਂ ਕੇਸ ਸੀ ਜਿਹੜੇ ਉਹ ਬਹੁਤ ਘੱਟ ਸੀਗਾ, ਹੁਣ ਬਹੁਤ ਜ਼ਿਆਦਾ ਪੀਕ ਦੇ ਵੱਲ ਵੱਧਦਾ ਪਿਆ ਕਰੋਨਾ। ਔਰ ਜਿਹੜੇ ਡਾਕਟਰਾਂ ਦੇ ਨਾਲ ਵੀ ਗੱਲ ਹੁੰਦੀ ਹੈ ਜਾਂ ਜਿੰਨਾ ਵੀ ਤੁਸੀਂ ਆਨਲਾਈਨ ਸਟੱਡੀ ਵੀ ਕਰਦੇ ਹੋ, ਪੜ੍ਹਦੇ ਵੀ ਹੋ, ਉਹਨਾਂ ਦਾ ਇਹੀ ਕਹਿਣਾ ਕਿ ਨਾਰਥ ਦੇ ਵਿੱਚ ਇਸ ਵੇਲੇ ਪੀਕ ਤੇ ਆ ਤੇ ਸਤੰਬਰ ਨੂੰ ਉਹ ਹਾਈਐਸਟ ਪੀਕ ਦੱਸਦੇ ਨੇ ਕਿ ਸਤੰਬਰ 'ਚ ਹੋਰ ਪੀਕ ਤੇ ਜਾਏਗਾ, ਉਸ ਤੋਂ ਬਾਅਦ ਘਟੇਗਾ। ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਕਿ ਜੇ ਇੱਕ ਦਿਨ ਦੇ ਵਿੱਚ 1700 ਮਾਮਲੇ ਆਏ ਨੇ ਤੇ ਇਹ ਵੀ ਅਸੀਂ ਮੰਨ ਸਕਦੇ ਹਾਂ, ਪ੍ਰਮਾਤਮਾ ਨਾ ਕਰੇ ਇਦਾਂ ਹੋਵੇ, 5-5 ਹਜ਼ਾਰ ਮਾਮਲੇ ਵੀ ਸਾਹਮਣੇ ਆ ਸਕਦੇ ਨੇ। ਜਿਵੇਂ ਅਸੀਂ ਮਹਾਰਾਸ਼ਟਰ ਦੇ ਵਿੱਚ ਦੇਖਦੇ ਸੀ ਤਾਂ ਆਪਾਂ ਬਹੁਤ ਹੈਰਾਨ ਹੁੰਦੇ ਸੀਗਾ ਕਿ ਇੰਨਾ ਜ਼ਿਆਦਾ ਕਰੋਨਾ ਹੋ ਗਿਆ, ਕੰਟਰੋਲ ਕਿਉਂ ਨਹੀਂ ਹੋ ਰਿਹਾ। ਤਾਂ ਤੁਸੀਂ ਦੇਖੋ ਕਿ ਹੁਣ ਜਿਵੇਂ ਆਸਕ ਕੈਪਟਨ ਦੇ ਜ਼ਰੀਏ ਮੁੱਖ ਮੰਤਰੀ ਸਿੱਧੇ ਤੌਰ ਤੇ ਲੋਕਾਂ ਨਾਲ ਗੱਲ ਕਰਦੇ ਨੇ, ਬਾਰ-ਬਾਰ ਇਹ ਚੀਜ਼ ਚਤਾਈ ਜਾਂਦੀ ਹੈ ਕਿ ਤੁਸੀਂ ਕਿਵੇਂ ਬਚ ਸਕਦੇ ਹੋ। ਸਿੱਧੇ ਤੌਰ ਤੇ ਸੰਵਾਦ ਕੀਤਾ ਜਾਂਦਾ ਕਿ ਲੋਕਾਂ ਦੇ ਵਿੱਚ ਕੋਈ ਪੈਨਿਕ ਨਾ ਹੋਵੇ ਕਿਉਂਕਿ ਜਦੋਂ ਸਟੇਟ ਦਾ ਜਿਹੜਾ ਹੈਡ ਹੁੰਦਾ ਮੁੱਖ ਮੰਤਰੀ, ਉਹ ਲੋਕਾਂ ਨੂੰ ਸੰਬੋਧਿਤ ਕਰਦਾ ਔਰ ਦੱਸਦਾ ਲੋਕਾਂ ਨੂੰ, ਤਾਂ ਲੋਕਾਂ ਦੇ ਵਿੱਚ ਇੱਕ ਇਹ ਚੀਜ਼ ਦਾ ਮੈਸੇਜ ਆਉਂਦਾ ਕਿ ਸਹੀ ਇਨਫੋਰਮੇਸ਼ਨ ਸਾਡੇ ਤੱਕ ਆ ਰਹੀ ਹੈ। ਬਾਰ-ਬਾਰ ਅਪੀਲ ਕਰਨ ਦੇ ਬਾਵਜੂਦ ਵੀ ਇਹ ਲੋਕਾਂ ਦੀ ਨਾਨ ਸੀਰੀਅਸਨੈਸ ਆ ਸੁਮਨ, ਇਹਦੇ ਵਿੱਚ ਬਹੁਤ ਵੱਡਾ ਮੈਂ ਰੋਲ ਕਹੂੰਗਾ। ਹਾਲਾਂਕਿ ਲੋਕ ਕਮੈਂਟਾਂ ਦੇ ਵਿੱਚ ਥੱਲੇ ਕਹਿੰਦੇ ਨੇ ਕਿ ਮੀਡੀਆ ਹਾਈਪ ਕ੍ਰੀਏਟ ਕਰ ਦਿੰਦਾ, ਕਰੋਨਾ ਕੁਝ ਨਹੀਂ ਹੈਗਾ, ਪਰ ਆંકੜੇ ਬਿਲਕੁਲ ਸੱਚ ਬੋਲਦੇ ਨੇ। ਇਹ ਆંકੜੇ ਨੇ, ਕੋਈ ਮੀਡੀਆ ਨਹੀਂ ਬਣਾਉਂਦਾ ਇਹ ਚੀਜ਼ਾਂ, ਇਹ ਆંકੜੇ ਨੇ, ਮੌਤਾਂ ਨੇ, ਸੱਚ ਬੋਲਦੀਆਂ ਨੇ। ਘਰਾਂ ਦੇ ਵਿੱਚ ਤੁਸੀਂ ਅੰਦਾਜ਼ਾ ਲਗਾ
ਸਕਦੇ ਹੋ ਕਿਸ ਕਦਰ ਪਰੇਸ਼ਾਨੀ ਹੋਵੇਗੀ। ਅਸੀਂ ਵੀ ਕਈ ਲੋਕਾਂ ਨੂੰ ਜਾਣਦੇ ਆ ਜਿਨ੍ਹਾਂ ਦੀ ਰਿਪੋਰਟ ਪੋਜ਼ਿਟਿਵ ਆਈ ਤਾਂ ਉਹਨਾਂ ਨੂੰ ਕਿੰਨੀਆਂ ਤਕਲੀਫਾਂ ਦੇ ਵਿੱਚੋਂ ਲੰਘਣਾ ਪੈਂਦਾ, ਕਿੰਨੇ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਨੇ। ਹਾਲਾਂਕਿ ਅਸੀਂ ਕੋਈ ਸਾਡਾ ਕਦੇ ਵੀ ਨਹੀਂ ਇਹ ਮੰਤਵ ਰਿਹਾ ਕਿ ਲੋਕਾਂ ਨੂੰ ਡਰਾਉਣਾ, ਪਰ ਮੈਨੂੰ ਲੱਗਦਾ ਸੁਚੇਤ ਕਰਨਾ ਮੀਡੀਆ ਦੀ ਪਹਿਲੀ ਜ਼ਿੰਮੇਵਾਰੀ ਹੈ ਔਰ ਅਸੀਂ ਹਮੇਸ਼ਾ ਕਰਦੇ ਰਹਿੰਦੇ ਹਾਂ। ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਆ, ਸੂਬਾ ਸਰਕਾਰ ਵੱਲੋਂ ਥੋੜਾ ਜਿਹੜੇ ਵੱਡੇ ਫੈਸਲੇ ਲਏ ਗਏ ਸਨ, ਸਮੇਂ ਦੇ ਵਿੱਚ ਥੋੜਾ ਫੇਰ ਬਦਲ ਕੀਤਾ ਗਿਆ ਸੀਗਾ। ਜਿਹੜੇ ਸੈਂਸਿਟਿਵ ਸੂਬੇ, ਪੰਜਾਬ ਇਸ ਵੇਲੇ ਸੈਂਸਿਟਿਵ ਸੂਬਾ ਬਣਿਆ ਹੋਇਆ ਤੇ ਸੈਂਸਿਟਿਵ ਜ਼ਿਲ੍ਹੇ ਨੇ ਜਿਹੜੇ ਲੁਧਿਆਣਾ, ਪਟਿਆਲਾ ਤੇ ਜਲੰਧਰ ਦੇ ਵਿੱਚ ਨਾਈਟ ਕਰਫਿਊ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਜਿਸ ਦੀ ਸਖਤੀ ਦੇ ਨਾਲ ਪਾਲਣਾ ਕਰਨੀ ਹੋਏਗੀ ਤੇ ਇਸ ਦੇ ਨਾਲ ਹੀ ਜਿਹੜੀਆਂ ਦੁਕਾਨਾਂ ਹੋਣਗੀਆਂ, ਬਾਜ਼ਾਰ ਹੋਣਗੇ, ਉਹ 8 ਵਜੇ ਤੱਕ ਬੰਦ ਹੋਣੇ ਲਾਜ਼ਮੀ ਨੇ। ਸ਼ਰਾਬ ਦੇ ਠੇਕੇ 8:30 ਵਜੇ ਤੱਕ ਤੇ ਜਿਹੜੀ ਈਟਰੀਜ਼ ਨੇ, ਰੈਸਟੋਰੈਂਟਸ ਨੇ, ਉਹਨਾਂ ਨੂੰ ਵੀ ਡੈਡਲਾਈਨ ਦਿੱਤੀ ਗਈ ਹੈ 8:30 ਵਜੇ ਦੀ। ਜੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਪ੍ਰਸ਼ਾਸਨ ਸਖਤ ਕਾਰਵਾਈ ਕਰੇਗਾ। ਸੁਮਨ, ਇਹੀ ਚੀਜ਼ਾਂ ਕੱਲ ਜਦੋਂ ਅਸੀਂ ਕੀਤਾ ਸੀਗਾ, ਲੋਕਾਂ ਦੇ ਮੈਂ ਕਮੈਂਟ ਪੜ੍ਹ ਰਿਹਾ ਸੀ, ਮੈਂ ਬਾਅਦ ਦੇ ਵਿੱਚ ਵੀ ਪੜ੍ਹੇ ਨੇ, ਉਹ ਕਹਿੰਦੇ ਕਿ ਇਹਦਾ ਕੀ ਫਾਇਦਾ ਹੋ ਸਕਦਾ ਹੈ, ਨੁਕਸਾਨ। ਹੁਣ ਇਹ ਵੀ ਤੁਸੀਂ ਮੰਨ ਕੇ ਚੱਲੋ ਸੁਮਨ, ਜਿਵੇਂ ਲੁਧਿਆਣੇ ਦੇ ਹਾਲਾਤ ਹੋ ਰਹੇ ਨੇ, ਖਾਸ ਤੌਰ ਤੇ ਸਪੈਸੀਫਿਕਲੀ ਲੁਧਿਆਣੇ ਦੇ ਹਾਲਾਤ ਹੋ ਰਹੇ ਨੇ, ਇਹ ਵੀ ਮੰਨਣ ਦੀ ਗੱਲ ਹੈ ਕਿ ਜੇ ਸ਼ੁੱਕਰਵਾਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਦੁਕਾਨਾਂ ਬੰਦ ਕਰ ਦਿੱਤੀਆਂ ਜਾਣ ਤਾਂ ਉਹਦੇ ਵਿੱਚ ਵੀ ਕੋਈ ਉਹ ਨਹੀਂ, ਕਿਉਂਕਿ ਜਦੋਂ ਇੱਕ ਬਹੁਤ ਜ਼ਿਆਦਾ ਹਾਲਾਤ ਅਲਾਰਮਿੰਗ ਹੋ ਜਾਂਦੇ ਨੇ ਤਾਂ ਸਰਕਾਰਾਂ ਨੂੰ ਕਰਨਾ ਪੈਂਦਾ ਹੈ ਔਰ ਪ੍ਰਸ਼ਾਸਨ ਨੂੰ ਇਹ ਚੀਜ਼ ਕਰਨੀ ਪੈਂਦੀ ਹੈ, ਕਿਉਂਕਿ ਸੁਮਨ ਜਾਨ ਹੈ ਤਾਂ ਜਹਾਨ ਹੈ। ਬਹੁਤ ਵਾਰੀ ਆਪਾਂ ਸੁਣਦੇ ਹਾਂ, ਲੋਕੀ ਵੀ ਇਸ ਚੀਜ਼ ਨੂੰ ਜਾਣਦੇ ਨੇ ਤੇ ਹਾਲਾਤ ਨਾਲ ਹੀ ਆਰਥਿਕਤਾ ਦਾ ਵੀ ਪੂਰਾ ਖਿਆਲ ਰੱਖਣਾ ਪੈਂਦਾ। ਬਿਲਕੁਲ, ਆਰਥਿਕਤਾ ਤਾਂ ਸੁਮਨ ਜੇ ਤੁਸੀਂ ਇਨਸਾਨ ਜਿਉਂਦਾ ਰਹੇਗਾ ਤਾਂ ਆਰਥਿਕਤਾ ਹਰ ਚੀਜ਼ ਬਣ ਜਾਂਦੀ ਹੈ, ਪਰ ਨਾਲ ਦੀ ਨਾਲ ਹੁਣ ਜਿਵੇਂ ਐਕਟੀਵਿਟੀਜ਼ ਚੱਲ ਰਹੀਆਂ ਨੇ, ਆਰਥਿਕਤਾ ਲੋੜ ਦੀਆਂ ਦੁਕਾਨਾਂ ਖੁੱਲ ਰਹੀਆਂ ਨੇ ਔਰ ਵੀਕਐਂਡ ਨੂੰ ਖਾਸ ਤੌਰ ਤੇ ਟਾਰਗੇਟ ਤਾਂ ਕੀਤਾ ਗਿਆ। ਹਾਲਾਂਕਿ ਹੁਣ ਇਸ ਸ਼ਨੀਵਾਰ ਤੋਂ ਇਹ ਪਹਿਲੀ ਵਾਰ ਲਾਗੂ ਹੋਵੇਗਾ। ਔਰ ਸੁਮਨ, ਇੱਕ ਚੀਜ਼ ਮੈਂ ਇਹ ਵੀ ਦੱਸਣੀ ਚਾਹਾਂਗਾ, ਲੁਧਿਆਣੇ ਦੀ ਜੇਕਰ ਖਾਸ ਤੌਰ ਤੇ ਗੱਲ ਕੀਤੀ ਜਾਵੇ, ਕੋਈ ਬਹੁਤ ਜ਼ਿਆਦਾ ਇੰਪਲੀਮੈਂਟ ਮੈਂ ਨਹੀਂ ਦੇਖਿਆ। ਰਾਤ ਨੂੰ ਨਾਕੇ ਵੀ ਬਹੁਤ ਘੱਟ ਨੇ ਔਰ ਲੋਕੀ ਉਦਾਂ ਹੀ ਹੁਣ ਇੱਥੇ ਲੁਧਿਆਣੇ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਜਗ੍ਹਾ ਨੇ, ਕੁਝ ਰੈਸਟੋਰੈਂਟ ਨੇ ਦੇਰ ਰਾਤ ਤੱਕ ਖੁੱਲੇ ਰਹਿੰਦੇ ਨੇ, 11 ਵਜੇ ਤੱਕ ਖੁੱਲੇ ਰਹਿੰਦੇ ਨੇ। ਸਰਾਭਾ ਨਗਰ ਮਾਰਕੀਟ ਦੇ ਵਿੱਚ ਵੀ ਕਈ ਇੱਥੇ ਦੇ ਹੈਗੇ ਨੇ। ਜੇਕਰ ਕੋਈ ਪੁਲਿਸ ਦਾ ਨੁਮਾਇੰਦਾ ਕੋਈ ਸੁਣ ਰਿਹਾ ਹੋਵੇ ਤਾਂ ਇਹ ਮੈਂ ਜ਼ਰੂਰ ਅਪੀਲ ਕਰਨੀ ਚਾਹਾਂਗਾ ਕਿ ਜ਼ਰੂਰ ਦੇਖਿਆ ਜਾਵੇ, ਕਿਉਂਕਿ ਜਦੋਂ ਕੋਈ ਰੈਸਟੋਰੈਂਟ ਖੁੱਲਦਾ ਤਾਂ ਸੁਮਨ ਆਬਵੀਅਸ ਜੀ ਗੱਲ ਆ ਕਿ ਲੋਕ ਉੱਥੇ ਜਾਂਦੇ ਆ। ਜੀ ਬਿਲਕੁਲ, ਲੁਧਿਆਣੇ ਸ਼ਹਿਰ ਦੇ ਜੇਕਰ ਹਾਲਾਤ ਬਿਆਨ ਕਰੀਏ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ ਦੇਰ ਰਾਤ ਨੂੰ ਆਈਸਕ੍ਰੀਮ ਪਾਰਲਰਸ ਜਾਂ ਜਿਹੜੇ ਰੈਸਟੋਰੈਂਟਸ ਨੇ ਖੁੱਲੇ ਆਮ ਦਿਖਾਈ ਦਿੰਦੇ ਨੇ ਤੇ ਪੁਲਿਸ ਪ੍ਰਸ਼ਾਸਨ ਦਾ, ਜਿਹੜਾ ਪੰਜਾਬ ਪੁਲਿਸ ਦਾ ਜਾਂ ਨਾਕਿਆਂ ਦਾ ਕੋਈ ਡਰ ਨਹੀਂ ਰਹਿੰਦਾ, ਚੈਕਿੰਗ ਦਾ ਕੋਈ ਡਰ ਨਹੀਂ ਰਹਿੰਦਾ। ਇਹ ਬੇਹੱਦ ਚਿੰਤਾ ਦਾ ਵਿਸ਼ਾ। ਅਸੀਂ ਕਿਉਂ ਹਲੇ ਵੀ ਸੁਚੇਤ ਨਹੀਂ ਹੋ ਰਹੇ, ਹਲੇ ਵੀ ਅਸੀਂ ਕਿਉਂ ਇੰਨਾ ਲੀਨੀਅੰਟਲੀ ਲੈ ਰਹੇ ਹਾਂ ਇਸ ਮਹਾਮਾਰੀ ਨੂੰ, ਕਿਉਂ ਸਾਨੂੰ ਆંકੜੇ ਦੇਖ ਕੇ ਡਰ ਨਹੀਂ ਲੱਗ ਰਿਹਾ, ਆਪਣੇ ਪਰਿਵਾਰ ਦਾ, ਆਪਣੇ ਸਮਾਜ ਨੂੰ ਲੈ ਕੇ ਕਿਉਂ ਅਸੀਂ ਸੁਚੇਤ ਨਹੀਂ ਹੋ ਰਹੇ, ਵੱਡੇ ਸਵਾਲ ਖੜੇ ਹੋ ਰਹੇ ਨੇ। ਪਰ ਇਹ ਹੁਣ ਤੱਕ ਦੇ ਅਪਡੇਟ ਸੀ, ਅਸੀਂ ਕੋਸ਼ਿਸ਼ ਕਰਾਂਗੇ। ਇੱਕ ਚੀਜ਼ ਥੱਲੇ ਕਮੈਂਟ ਮੈਂ ਪੜ੍ਹ ਰਿਹਾ, ਲੋਕ ਥੱਲੇ ਲਿਖਦੇ ਨੇ ਕਿ ਰਾਤ ਦੇ ਕਰਫਿਊ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿ ਕਰੋਨਾ ਰਾਤ ਨੂੰ ਛੁੱਟੀ ਤੇ ਚਲੇ ਜਾਂਦਾ। ਔਰ ਮੈਨੂੰ ਲੱਗਦਾ ਕਿ ਇਹ ਸਰਕਾਰ ਦੇ ਵੱਲੋਂ ਇਹ ਕੋਸ਼ਿਸ਼ ਹੁੰਦੀ ਹੈ, ਪ੍ਰਸ਼ਾਸਨ ਦੇ ਵੱਲੋਂ, ਜੇ ਦਿਨ ਨੂੰ ਕਰਫਿਊ ਲਾਇਆ ਜਾਵੇ ਤਾਂ ਮੈਨੂੰ ਲੱਗਦਾ ਆਰਥਿਕਤਾ ਬਹੁਤ ਵੱਡੇ ਪੱਧਰ ਦੇ ਉੱਤੇ ਹਿੱਟ ਹੋਏਗੀ। ਔਰ 9 ਵਜੇ ਤੋਂ ਬਾਅਦ ਕਰਫਿਊ ਦਾ ਮਤਲਬ ਹੈ ਕਿ ਲੋਕ ਘੱਟ ਨਿਕਲਣ। ਇਹਦਾ ਬੇਸਿਕਲੀ ਇਹ ਟਾਰਗੇਟ ਕਰਨ ਦਾ ਮਤਲਬ, ਜਿੱਥੋਂ ਤੱਕ ਮੈਨੂੰ ਸਮਝ ਲੱਗਦਾ ਹੈ, ਜਿੱਥੋਂ ਤੱਕ ਮੁੱਖ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਰਾਤ ਨੂੰ ਲੋਕਾਂ ਦੇ, ਪੰਜਾਬੀ ਨੇ ਜਿਹੜੇ ਮੇਲ ਮਿਲਾਪ ਜ਼ਿਆਦਾ, ਇਹਨਾਂ ਦਾ ਮਿਲਣਸਾਰ ਜ਼ਿਆਦਾ ਹੁੰਦੇ ਨੇ, ਤਾਂ ਲੋਕ ਘਰਾਂ ਦੇ ਵਿੱਚ ਪਾਰਟੀਆਂ ਕਰਦੇ ਨੇ, ਇੱਕ ਦੂਜੇ ਦੇ ਘਰ ਜਮ੍ਹਾਂ ਹੁੰਦੇ ਨੇ। ਤਾਂ 9 ਵਜੇ ਦੇ ਕਰਫਿਊ ਦਾ ਮਤਲਬ ਇਹ ਹੈਗਾ ਕਿ ਘਰਾਂ ਤੋਂ ਨਾ ਨਿਕਲੋ ਤੇ ਘਰਾਂ ਦੇ ਵਿੱਚ ਆ ਜਾਓ। ਔਰ ਜਿਵੇਂ ਲੋਕ ਕਹਿੰਦੇ ਨੇ ਕਿ ਰਾਤ ਦੇ ਕਰਫਿਊ ਦਾ ਫਾਇਦਾ ਨਹੀਂ, ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਤਾਂ ਇਹ ਕੋਈ ਦੂਰ ਦੀ ਗੱਲ ਨਹੀਂ ਹੈ ਕਿ ਦਿਨ ਵੇਲੇ ਦੇ ਵੀ ਕਰਫਿਊ ਲੱਗ ਜਾਵੇਗਾ। ਲੁਧਿਆਣਾ, ਜਲੰਧਰ ਤੇ ਜੇ ਪਟਿਆਲਾ ਦੀ ਗੱਲ ਕਰੇ ਸੁਮਨ, ਪਟਿਆਲਾ ਦੇ ਵਿੱਚ ਤੁਸੀਂ ਦੇਖੋ ਕਿ ਕੇਸ ਕਿੰਨੇ ਤੇ ਉੱਥੇ ਵੀ ਕਿੰਨੇ ਵੱਧ ਨੇ। ਪਟਿਆਲਾ ਲੁਧਿਆਣਾ ਤੋਂ 483 ਤੇ ਪਟਿਆਲਾ ਤੋਂ 338। ਸੁਮਨ, ਤੁਸੀਂ ਦੇਖੋ ਕਿ ਪਟਿਆਲਾ ਬਿਲਕੁਲ ਵੀ ਕਿਸੇ ਰੇਸ ਦੇ ਵਿੱਚ ਨਹੀਂ ਸੀਗਾ ਪਹਿਲਾਂ, ਔਰ ਪਟਿਆਲਾ ਹੁਣ ਤੁਸੀਂ ਦੇਖੋ, ਜਲੰਧਰ ਨੂੰ ਮੈਨੂੰ ਲੱਗਦਾ ਕਿ ਥੋੜੇ ਦਿਨਾਂ ਦੇ ਵਿੱਚ ਜਲੰਧਰ ਤੋਂ ਵੱਧ ਹੋ ਜਾਣੇ ਪਟਿਆਲਾ ਦੇ ਵਿੱਚ ਮਾਮਲੇ। ਜਲੰਧਰ ਦੇ ਵਿੱਚ ਅਜੇ ਥੋੜੇ ਜਿਹੇ ਮਾਮਲੇ ਘਟੇ ਨੇ ਔਰ ਲੁਧਿਆਣਾ ਲਗਾਤਾਰ ਨੰਬਰ 1 ਤੇ ਜਾ ਰਿਹਾ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਦੇ ਵਿੱਚ। ਹਾਲਾਂਕਿ ਇਹ ਵੀ ਹੈ ਸੁਮਨ ਇੱਥੇ ਇੱਕ ਫੈਕਟ ਕਿ ਇੱਥੇ ਦੂਜੇ ਇਲਾਕਿਆਂ ਤੋਂ ਲੋਕ ਇੱਥੇ ਆਉਂਦੇ ਨੇ ਜਿਨ੍ਹਾਂ ਦੀ ਰਿਪੋਰਟ ਹੁੰਦੀ ਹੈ, ਉਹ ਵੀ ਕਈ ਵਾਰ ਵਿੱਚ ਗਿਣ ਲਈ ਜਾਂਦੀ ਹੈ, ਪਰ ਲੁਧਿਆਣੇ ਦੀ ਡੈਂਸਲੀ ਪੋਪੂਲੇਟਡ ਸਭ ਤੋਂ ਵੱਧ ਗਿਣਤੀ ਲੁਧਿਆਣਾ ਸ਼ਹਿਰ ਦੀ ਹੈ। ਮੌਤਾਂ ਦੀ ਵੀ ਸਭ ਤੋਂ ਵੱਧ ਗਿਣਤੀ ਲੁਧਿਆਣਾ ਸ਼ਹਿਰ ਦੀ ਹੈ, ਪੋਜ਼ਿਟਿਵ ਮਰੀਜ਼ਾਂ ਦੀ ਵੀ ਤੇ ਐਕਟਿਵ ਕੇਸਿਸ ਜਿਹੜੇ ਨੇ ਲੁਧਿਆਣਾ ਸ਼ਹਿਰ ਤੋਂ ਸਭ ਤੋਂ ਵੱਧ ਗਿਣਤੀ। ਇਸੇ ਕਰਕੇ ਫੈਸਲਾ ਲਿਆ ਗਿਆ ਕਿ ਹੁਣ ਲੁਧਿਆਣਾ, ਪਟਿਆਲਾ ਤੇ ਜਲੰਧਰ ਦੇ ਵਿੱਚ ਸੈਟਰਡੇ ਵੀ ਵੀਕਐਂਡ ਲਾਕਡਾਊਨ ਰਹੇਗਾ ਤੇ ਸੰਡੇ ਵੀ ਵੀਕਐਂਡ ਲਾਕਡਾਊਨ ਰਹੇਗਾ। ਸਮੇਂ ਨੂੰ ਲੈ ਕੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਤਾਂ ਜ਼ਰੂਰ ਆਖ ਦਿੱਤੀ ਗਈ ਹੈ, ਪਰ ਲਗਾਤਾਰ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਲੁਧਿਆਣਾ ਸ਼ਹਿਰ ਵਿੱਚ ਤਾਂ ਜ਼ਰੂਰ ਹੁੰਦੀ ਹੈ। ਕਿਉਂ ਪ੍ਰਸ਼ਾਸਨ ਸਖਤ ਨਹੀਂ ਹੋ ਰਿਹਾ, ਇੰਨੀ ਲੀਨੀਅੰਸੀ ਕਿਉਂ ਦਿਖਾਈ ਜਾ ਰਹੀ ਹੈ, ਕਿਉਂ ਈਟਰੀਜ਼ ਰਾਤ 12-12 ਵਜੇ ਤੱਕ ਖੁੱਲੀਆਂ ਰਹਿੰਦੀਆਂ ਨੇ, ਇਹ ਵੱਡੇ ਸਵਾਲ ਖੜੇ ਹੋ ਰਹੇ ਨੇ। ਨਾਈਟ ਕਰਫਿਊ ਦੇ ਮਾਇਨੇ ਕਿਉਂ ਖਤਮ ਹੋ ਰਹੇ ਨੇ? 9 ਤੋਂ 5 ਦਾ ਕਰਫਿਊ, 9 ਤੋਂ ਬਾਅਦ ਸੜਕਾਂ ਤੇ
ਟ੍ਰੈਫਿਕ ਵੀ ਦਿਖਾਈ ਦਿੰਦਾ ਹੈ, ਸੜਕਾਂ ਤੇ ਆਵਾਜਾਈ ਵੀ ਦਿਖਾਈ ਦਿੰਦੀ ਹੈ, ਤੇ ਕਰਫਿਊ ਦੇ ਫਿਰ ਕੀ ਮਾਇਨੇ ਰਹਿ ਜਾਂਦੇ ਨੇ? ਬਿਲਕੁਲ ਸੁਮਨ, ਉਹੀ ਚੀਜ਼ ਆ। ਲੋਕ ਵੀ ਆਪਣੀ ਥਾਂ ਤੇ, ਕਈ ਲੋਕ ਸੱਚੇ ਨੇ ਕਿ ਕਰਫਿਊ ਦੇ ਕੀ ਮਾਇਨੇ ਰਹਿ ਜਾਂਦੇ ਨੇ। ਬਿਲਕੁਲ ਇਹ ਪੁਲਿਸ ਨੂੰ ਚਾਹੀਦਾ ਸੁਮਨ ਕਿ ਇਹਨੂੰ ਸਖਤੀ ਦੇ ਨਾਲ ਲਾਗੂ ਕੀਤਾ ਜਾਵੇ, ਕਿਉਂਕਿ ਜਦੋਂ ਕੋਈ ਰੈਸਟੋਰੈਂਟ ਖੁੱਲੇਗਾ ਤਾਂ ਲੋਕ ਉੱਥੇ ਬੈਠੇ ਰਹਿੰਦੇ। ਇੱਕ ਹੋਰ ਸੁਮਨ ਚੀਜ਼ ਹੈ, ਜੇ 9 ਵਜੇ ਦਾ ਟਾਈਮ ਸੀ ਪਹਿਲਾਂ, ਹੁਣ ਚਾਹੇ ਟਾਈਮ ਨੂੰ ਥੋੜਾ ਘਟਾ ਦਿੱਤਾ ਗਿਆ, ਪਰ ਲੋਕ ਜਿਹੜੇ ਰੈਸਟੋਰੈਂਟ ਮਾਲਕ ਨੇ ਜਾਂ ਕੋਈ ਵੀ, ਉਹ ਬੰਦ ਕਰਨ ਵੇਲੇ ਹੀ 10 10:30 ਵਜਾ ਦਿੰਦੇ ਨੇ, 11 ਵਜੇ ਤੱਕ ਖੁੱਲੇ ਰਹਿੰਦੇ ਨੇ ਆਮ ਤੌਰ ਤੇ। ਔਰ ਲੋਕਾਂ ਦਾ ਤੁਸੀਂ ਆਮ ਜਮਾਵੜਾ ਤੁਸੀਂ ਦੇਖ ਸਕਦੇ ਹੋ, ਤੁਸੀਂ ਪੈਟਰੋਲ ਪੰਪਾਂ ਦੇ ਉੱਤੇ ਲਾਈਨਾਂ ਦੇਖ ਸਕਦੇ ਹੋ। ਸੋ ਇਹ ਚੀਜ਼ ਇਹ ਲੋਕਾਂ ਨੂੰ ਖੁਦ ਸਮਝਣੀ ਪਵੇਗੀ ਸੁਮਨ। ਮੈਨੂੰ ਲੱਗਦਾ ਕਿ ਪੁਲਿਸ ਵੀ ਹਰ ਇੱਕ ਬੰਦੇ ਦੇ ਉੱਤੇ ਡਿਊਟੀ ਨਹੀਂ ਦੇ ਸਕਦੀ ਜਿੰਨੀ ਦੇਰ ਤੱਕ ਲੋਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ। ਕਿਉਂਕਿ ਪਹਿਲਾਂ ਸੁਮਨ ਆਪਾਂ ਸੋਚਦੇ ਹੁੰਦੇ ਸੀਗੇ ਕਿ ਚਾਈਨਾ ਦੇ ਵਿੱਚ ਆ ਕਰੋਨਾ ਤਾਂ ਇੰਡੀਆ ਬਿਲਕੁਲ ਸੇਫ ਹੈ, ਇੰਡੀਆ ਦੇ ਵਿੱਚ ਆ ਗਿਆ, ਮਹਾਰਾਸ਼ਟਰ ਦੇ ਵਿੱਚ ਪੰਜਾਬ ਸੇਫ ਹੈ। ਹੁਣ ਤਾਂ ਗਲੀ ਗਲੀ ਆ ਗਿਆ ਸੁਮਨ, ਦਫ਼ਤਰ ਆ ਗਿਆ, ਤਾਂ ਹੁਣ ਤਾਂ ਬਿਲਕੁਲ ਹਰ ਇੱਕ ਬੰਦੇ ਦੇ ਕੋਲ ਆ। ਤੁਸੀਂ ਐਪ ਦੇ ਉੱਤੇ ਵੀ ਪਾ ਕੇ ਦੇਖੋ, ਕਿਲੋਮੀਟਰ ਦੇ ਦਾਇਰੇ ਦੇ ਵਿੱਚ ਸ਼ੋ ਕਰਦਾ ਕਿ ਕੋਵਿਡ ਦਾ ਪੰਜਾਬ ਦੀ ਸਭ ਤੋਂ ਵੱਡੀ ਤਰਾਸਦੀ ਇਹੀ ਹੈ ਕਿ ਸਾਡੀ ਜਿਹੜੀਆਂ ਹੈਲਥ ਫੈਸਿਲਿਟੀਜ਼ ਨੇ, ਇੱਥੇ ਅਸੀਂ ਮਾਰ ਖਾ ਰਹੇ ਹਾਂ। ਇੱਥੇ ਨਾ ਹੀ ਬੈਡਸ ਨੇ, ਨਾ ਹੀ ਚੰਗੇ ਟ੍ਰੀਟਮੈਂਟਸ, ਇਸੇ ਕਰਕੇ ਮੌਤਾਂ ਵੀ ਹੋ ਰਹੀਆਂ ਨੇ, ਲਾਪਰਵਾਹੀਆਂ ਵਰਤੀਆਂ ਜਾ ਰਹੀਆਂ ਨੇ। ਪਰ ਤੁਸੀਂ ਆਪਣਾ ਬਚਾਅ ਕਰੋ, ਤੁਸੀਂ ਆਪਣੇ ਪਰਿਵਾਰ ਦਾ, ਆਪਣੇ ਸਮਾਜ ਦਾ ਬਚਾਅ ਆਪ ਕਰੋ। ਵਧੇਰੇ ਅਪਡੇਟਸ ਸੀ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਧੰਨਵਾਦ।